Hello, my name is Harpreet. I am a regulated Canadian immigration consultant. In today's video, I will be sharing my thoughts on Ontario Immigration Nominee Program. ਕਿਵੇਂ ਤੁਸੀਂ ਓਨਟਾਰੀਓ ਦੇ ਵਿੱਚ ਰਹਿ ਕੇ ਆਪਣੀ ਪੀਆਰ ਲੈ ਸਕਦੇ ਹੋ। ਇਹ ਵੀਡੀਓ ਉਹ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਹੈ ਜਿਨ੍ਹਾਂ ਦੀ +2 ਹੈ, ਹਾਈ ਸਕੂਲ ਕੀਤਾ ਹੋਇਆ ਉਹਨਾਂ ਨੇ, ਉਹ ਓਨਟਾਰੀਓ ਦੇ ਵਿੱਚ ਰਹਿ ਕੇ ਹੀ ਆਪਣੀ ਪੀਆਰ ਜਿਹੜੀ ਹੈ ਲੈ ਸਕਦੇ ਆ। ਹਾਂਜੀ, ਮੈਂ ਇੱਥੇ ਗੱਲ ਕਰ ਰਿਹਾ ਜੀ ਓਨਟਾਰੀਓ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡ ਸਟਰੀਮ ਦੇ ਬਾਰੇ। ਆਪਾਂ ਪਹਿਲਾਂ ਇਹਦੇ ਕੁਝ ਫੈਕਟਸ ਦੇ ਬਾਰੇ ਗੱਲ ਕਰ ਲੈਂਦੇ ਹਾਂ। ਹਾਂਜੀ, ਇਹ ਜਿਹੜਾ ਪ੍ਰੋਗਰਾਮ ਹੈ ਇਹ ਓਨਟਾਰੀਓ ਇਮੀਗ੍ਰੇਸ਼ਨ ਨੋਮਨੀ ਪ੍ਰੋਗਰਾਮ ਦੇ ਅੰਡਰ ਆਉਂਦਾ ਹੈ ਤੇ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਪਹਿਲੀ ਰਿਕੁਆਇਰਮੈਂਟ ਇਹ ਹੈ ਵੀ ਤੁਹਾਡੀ IRCC ਦੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਤੁਹਾਡੀ ਪ੍ਰੋਫਾਈਲ ਬਣੀ ਹੋਣੀ ਚਾਹੀਦੀ ਹੈ ਤੇ ਦੂਸਰਾ ਤੁਹਾਨੂੰ ਨੋਟੀਫਿਕੇਸ਼ਨ ਆਫ ਇੰਟਰਸਟ ਓਨਟਾਰੀਓ ਦੇ ਵੱਲੋਂ ਆਇਆ ਹੋਣਾ ਚਾਹੀਦਾ ਹੈ ਤਾਂ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ। ਜਦੋਂ ਤੁਸੀਂ ਅਪਲਾਈ ਕਰ ਦਿੰਦੇ ਹੋ ਤੇ ਓਨਟਾਰੀਓ ਇਮੀਗ੍ਰੇਸ਼ਨ ਨੋਮਨੀ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੀ ਪ੍ਰੋਫਾਈਲ ਨੂੰ ਐਕਸੈਸ ਕਰਦਾ ਹੈ। ਅਸੈਸਮੈਂਟ ਦੇ ਬੇਸ ਤੇ ਉੱਤੇ ਤੁਹਾਨੂੰ 600 ਪੁਆਇੰਟ ਜਿਹੜੇ ਐਡੀਸ਼ਨਲ ਤੁਹਾਡੀ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਦੇ ਵਿੱਚ ਐਡ ਹੋ ਜਾਂਦੇ ਆ। ਤੇ ਜੇ ਆਪਾਂ ਰੀਸੈਂਟ ਦੀ ਡਰਾਅ ਦੀ ਗੱਲ ਕਰੀਏ, ਪ੍ਰੈਜ਼ੈਂਟਲੀ ਅਰਾਊਂਡ 500 ਦੇ ਆਸ-ਪਾਸ ਹੀ ਜਿਹੜਾ ਹੈ ਐਕਸਪ੍ਰੈਸ ਐਂਟਰੀ ਦਾ ਡਰਾਅ ਚੱਲ ਰਿਹਾ ਹੈ। ਜਦੋਂ ਤੁਹਾਡੇ 600 ਪੁਆਇੰਟ ਐਡ ਹੋ ਗਏ, ਤੁਹਾਡਾ ਜਿਹੜਾ CRS ਸਕੋਰ ਹੈ ਆਟੋਮੈਟਿਕਲੀ ਹੀ ਅਰਾਊਂਡ 800-900 ਦੇ ਆਸ-ਪਾਸ ਚਲਾ ਜਾਣਾ ਤੇ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆ ਜਾਣਾ ਹੈ। ਇਸ ਦੇ ਵਾਸਤੇ ਆਪਾਂ ਨੂੰ ਕਈ ਵਾਰੀ ਕੁਐਸਚਨ ਆਉਂਦਾ ਹੈ ਵੀ ਤੁਹਾਨੂੰ ਜੌਬ ਆਫਰ ਚਾਹੀਦੀ ਹੈ, LMIA ਸਪੋਰਟਿਵ ਚਾਹੀਦੀ ਹੈ। ਇਦਾਂ ਦਾ ਆਪਾਂ ਨੂੰ ਕੋਈ ਜੌਬ ਆਫਰ ਇਹਦੇ ਲਈ ਨਹੀਂ ਚਾਹੀਦੀ ਤੇ ਨਾ ਹੀ ਤੁਹਾਨੂੰ ਜੌਬ ਚਾਹੀਦੀ ਹੈ ਐਟ ਦਾ ਟਾਈਮ ਜਦੋਂ ਤੁਸੀਂ ਅਪਲਾਈ ਕਰਨਾ ਹੈ ONP ਦੇ ਵਿੱਚ। ਜਦੋਂ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਹੋ ਗਿਆ ਹੈ ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਜਦੋਂ ਤੁਹਾਨੂੰ ਇਨਵੀਟੇਸ਼ਨ ਆ ਗਿਆ, ਜਦੋਂ ਤੁਸੀਂ ਇਹਦੇ ਲਈ PNP ਲਈ ਅਪਲਾਈ ਕਰਨਾ, ਉਸ ਟਾਈਮ ਤੁਹਾਡੇ ਕੋਲੇ ਜੌਬ ਨਹੀਂ ਵੀ ਹੈ ਤਾਂ ਵੀ ਤੁਸੀਂ ਅਪਲਾਈ ਇਹਦੇ ਵਿੱਚ ਕਰ ਸਕਦੇ ਹੋ। ਆਪਾਂ ਇਨ ਡਿਟੇਲ ਐਲੀਜੀਬਿਲਟੀ ਦੀਆਂ ਰਿਕੁਆਇਰਮੈਂਟਸ ਦੇ ਬਾਰੇ ਗੱਲ ਕਰਦੇ ਹਾਂ। ਇਹਦੇ ਲਈ ਮੇਨ ਮੋਟੇ ਤੌਰ ਤੇ 6 ਰਿਕੁਆਇਰਮੈਂਟ ਚਾਹੀਦੀਆਂ ਹੈ। ਸਭ ਤੋਂ ਪਹਿਲਾਂ ਵਰਕ ਐਕਸਪੀਰੀਅੰਸ, ਦੂਜਾ ਹੈਗਾ ਹੈ ਤੁਹਾਨੂੰ ਲਾਇਸੈਂਸ ਜੇ ਤੁਹਾਨੂੰ ਚਾਹੀਦਾ ਹੈ। ਕਈ ਜੌਬਸ ਦੇ ਵਿੱਚ ਸਕਿੱਲ ਦੀਆਂ ਜੌਬਸ ਦੇ ਵਿੱਚ ਲਾਇਸੈਂਸ ਦੀ ਲੋੜ ਪੈਂਦੀ ਹੈ ਬਟ ਕਈਆਂ ਦੇ ਵਿੱਚ ਆਪਾਂ ਨੂੰ ਲੋੜ ਨਹੀਂ ਪੈਂਦੀ। ਤੇ ਤੀਜਾ ਹੈ ਤੁਹਾਡਾ ਇਹ ਰੈਜ਼ੀਡੈਂਸ ਜਿਹੜੀ ਹੈ ਕਰੰਟ ਓਨਟਾਰੀਓ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਲੀਗਲ ਸਟੇਟਸ ਹੋਣਾ ਚਾਹੀਦਾ ਹੈ। ਚੌਥਾ ਹੈਗਾ ਲੈਂਗੁਏਜ ਰਿਕੁਆਇਰਮੈਂਟ ਤੇ ਪੰਜਵੀਂ ਸੈਟਲਮੈਂਟ ਫੰਡਸ ਤੇ 6ਵੇਂ ਨੰਬਰ ਤੇ ਆਪਣਾ ਹੈਗਾ ਤੁਹਾਡੀ ਇੰਟੈਂਸ਼ਨ ਓਨਟਾਰੀਓ ਦੇ ਵਿੱਚ ਰਹਿਣ ਦੀ ਹੋਣੀ ਚਾਹੀਦੀ ਹੈ। ਹੁਣ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਇਹਨਾਂ 6 ਰਿਕੁਆਇਰਮੈਂਟਸ ਦੇ ਬਾਰੇ। ਸਾਡੀ ਪਹਿਲੀ ਰਿਕੁਆਇਰਮੈਂਟਸ ਹੈਗੀ ਹੈ ਉਹ ਹੈਗੀ ਹੈ ਵਰਕ ਐਕਸਪੀਰੀਅੰਸ ਦੀ। ਮੋਟੇ ਤੌਰ ਦੇ ਵਿੱਚ ਆਪਾਂ ਗੱਲ ਕਰੀ ਤਾਂ 1 ਸਾਲ ਦਾ ਫੁੱਲ ਟਾਈਮ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਇਹ ਤੁਸੀਂ ਇਕੁਅਲੈਂਟ ਪਾਰਟ ਟਾਈਮ ਦੇ ਵਿੱਚ ਵੀ ਕਰਕੇ ਐਕਸਪੀਰੀਅੰਸ ਆਪਣਾ ਕੰਪਲੀਟ ਕਰ ਸਕਦੇ ਹੋ। ਤੇ ਇਹ ਜਿਹੜੇ ਗਰੁੱਪ ਬਣਾਏ ਹੋਏ ਆ ਮੇਨਲੀ ਮੇਜਰ ਗਰੁੱਪ, ਮਾਈਨਰ ਗਰੁੱਪ 633 ਤੇ ਮੇਜਰ ਗਰੁੱਪ 72, 73 ਤੇ 82 ਦੇ ਵਿੱਚ ਹੀ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਤੇ ਇੱਕ ਹੋਰ ਇੰਪੋਰਟੈਂਟ ਗੱਲ ਇੱਥੇ ਇਹ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਹੀ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਜਿੱਦਾਂ ਤੁਸੀਂ ਆਪਣੀ ਪ੍ਰੋਫਾਈਲ ਜਿਹੜੀ ਹੈ ONP ਨੂੰ ਸਬਮਿਟ ਕਰਨੀ ਹੈ। 633 ਜਿਹੜਾ ਮਾਈਨਰ ਗਰੁੱਪ ਹੈ ਇਹਦੇ ਵਿੱਚ ਬੁਚਰਸ ਤੇ ਮੀਟ ਕਟਰ ਆਉਂਦੇ ਨੇ ਤੇ ਨਾਲੇ ਜਿਹੜਾ ਬੇਕਰਸ ਆਉਂਦੇ ਨੇ। ਇਹਦੇ ਵਿੱਚ 2 ਹੀ ਮਾਈਨਰ ਗਰੁੱਪ ਦੇ ਵਿੱਚ 2 ਹੀ ਇਹ ਟਾਈਟਲ ਨੇ। ਜੇ ਤੁਹਾਡਾ ਐਕਸਪੀਰੀਅੰਸ ਇਹਨਾਂ ਦੇ ਵਿੱਚ ਹੈ ਤੁਸੀਂ ਪ੍ਰੋਫਾਈਲ ਕ੍ਰੀਏਟ ਕਰਕੇ ਆਪਣੀ ਐਕਸਪ੍ਰੈਸ ਐਂਟਰੀ ਦੇ ਵਿੱਚ ਪਹਿਲਾਂ ਪ੍ਰੋਫਾਈਲ ਕ੍ਰੀਏਟ ਕਰਕੇ ਉਸ ਤੋਂ ਬਾਅਦ ONP ਦੇ ਲਈ ਵੇਟ ਕਰ ਸਕਦੇ ਹੋ ਜਦੋਂ ਤੁਹਾਨੂੰ ਇਨਵੀਟੇਸ਼ਨ ਭੇਜਣੇ ਹੈ। ਤੇ ਇਹ ਵੀ ਕੁਆਲੀਫਾਈ ਨੇ 6331 ਤੇ 6332। ਜੇ ਆਪਾਂ ਗੱਲ ਕਰੀਏ ਨੋ ਕੋਡ 72 ਦੀ ਤੇ ਇਹਦੇ ਵਿੱਚ ਇਹ ਵਾਲੇ ਅਦਰ ਕੰਸਟਰਕਸ਼ਨ ਟ੍ਰੇਡਸ, ਪਲੰਬਰਸ ਹੋ ਗਏ, ਕਾਰਪੈਂਟਰ ਹੋ ਗਏ, ਇਲੈਕਟ੍ਰੀਕਲ ਟ੍ਰੇਡਸ ਵਾਲੇ ਹੋ ਗਏ, ਮਸ਼ੀਨਿੰਗ, ਮੈਟਲ ਫੋਰਮਿੰਗ, ਸ਼ੇਪਿੰਗ ਐਂਡ ਇਹ ਟ੍ਰੇਡਸ ਹੋ ਗਏ, ਕੰਟਰੈਕਟਰ ਤੇ ਸੁਪਰਵਾਈਜ਼ਰ ਹੋ ਗਏ। ਇਹ ਸਾਰੀਆਂ ਜਿਹੜੇ NOC ਕੋਡਸ ਹੈ ਕੁਆਲੀਫਾਈ ਕਰਦੇ ਆ ਇਸ ਸਕਿੱਲ ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਨੋ ਕੋਡ 73 ਬਾਰੇ, ਇਹਦੇ ਵਿੱਚ ਆਪਣੇ ਸਾਰੇ ਪ੍ਰਿੰਟਿੰਗ ਪ੍ਰੈਸ ਆਪਰੇਟਰ ਹੋ ਗਏ, ਕ੍ਰੇਨ ਆਪਰੇਟਰ ਹੋ ਗਏ, ਟ੍ਰੇਨ ਕ੍ਰੂ ਆਪਰੇਟਿੰਗ ਆਕੂਪੇਸ਼ਨਸ ਹੋ ਗਈ, ਮਕੈਨਿਕਸ ਐਂਡ ਰਿਲੇਟਡ ਰਿਪੇਅਰਸ ਵਾਲੇ ਹੋ ਗਏ, ਮਸ਼ੀਨਰੀ ਐਂਡ ਟਰਾਂਸਪੋਰਟੇਸ਼ਨ ਜਿਹੜੇ ਕੰਮ ਕਰਦੇ ਆ, ਕੰਟਰੈਕਟਰ ਤੇ ਸੁਪਰਵਾਈਜ਼ਰ ਹੋ ਗਏ। ਤੇ ਇਹ ਸਾਰੇ ਕੁਆਲੀਫਾਈ ਕਰਦੇ ਆ। ਜੇ ਆਪਾਂ NOC ਕੋਡ 82 ਦੀ ਗੱਲ ਕਰੀਏ ਉਹਦੇ ਵਿੱਚ ਮਸ਼ੀਨਰੀ ਆਪਰੇਟਰ ਹੋ ਗਏ, ਕੰਟਰੈਕਟਰ ਤੇ ਸੁਪਰਵਾਈਜ਼ਰ, ਮਾਈਨਿੰਗ, ਆਇਲ ਐਂਡ ਗੈਸ ਵਾਲੇ ਹੋ ਗਏ ਤੇ ਫਿਸ਼ਿੰਗ ਵੈਸਲ ਮਾਸਟਰਸ ਐਂਡ ਫਿਸ਼ਰਮੈਨ ਹੋ ਗਏ। ਇਹ ਸਾਰੇ ਕੁਆਲੀਫਾਈ ਕਰਦੇ ਨੇ, ਇਹ 82 ਦੇ ਵਿੱਚ ਆਉਂਦੇ ਨੇ। ਤੇ ਇੱਥੇ ਕੁਐਸਚਨ ਇਹ ਉੱਠਦਾ ਹੈ ਵੀ ਕੀ ਇਹ ਸਾਰੀਆਂ ਹੀ ਨੋ ਕੋਡ ਨੂੰ ਕੰਮ ਕਰਨ ਦੇ ਲਈ ਆਪਾਂ ਨੂੰ ਲਾਇਸੈਂਸ ਦੀ ਰਿਕੁਆਇਰਮੈਂਟ ਹੈ ਜਾਂ ਨਹੀਂ ਹੈ। ਜੇ ਆਪਾਂ ਮੋਟੇ ਤੌਰ ਤੇ ਗੱਲ ਕਰੀਏ ਇਹਨਾਂ ਚੋਂ ਕੁਝ ਜਿਹੜੇ ਜੌਬ ਟਾਈਟਲ ਹੈ ਉਹਨਾਂ ਦੇ ਵਿੱਚ ਜੇ ਤੁਸੀਂ ਕੰਮ ਕੀਤਾ ਹੈ, ਐਕਸਪੀਰੀਅੰਸ ਗੇਨ ਕੀਤਾ ਹੈ ਤਾਂ ਤੁਹਾਨੂੰ ਲਾਇਸੈਂਸ ਹੋਇਆ ਹੋਣਾ ਤੁਹਾਡੇ ਕੋਲੇ ਜ਼ਰੂਰੀ ਹੈ।
ਬਟ ਕੁਛ ਇਦਾਂ ਦੀ ਜੌਬਸ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ, ਜੇ ਤੁਹਾਡਾ ਲਾਇਸੈਂਸ ਨਹੀਂ ਵੀ ਹੈ, ਤੁਸੀਂ ਲਿਆ ਹੋਇਆ, ਤੁਸੀਂ ਕੁਆਲੀਫਾਈ ਕਰ ਜਾਂਦੇ ਹੋ। ਜਿਵੇਂ ਕਿ ਫੋਰ ਐਗਜ਼ਾਮਪਲ ਬੇਕਰ ਹੋ ਗਏ, ਪ੍ਰਿੰਟਿੰਗ ਪ੍ਰੈਸ ਆਪਰੇਟਰ ਹੋ ਗਏ, ਟੈਲੀਕਮਿਊਨੀਕੇਸ਼ਨ ਵਰਕਰ ਹੋ ਗਏ, ਜਿਵੇਂ ਬੈਲ ਜਾਂ ਰੋਜਰਸ ਦੇ ਟੈਕਨੀਸ਼ੀਅਨ ਹੈ, ਜਿਨ੍ਹਾਂ ਨੇ ਇਹਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਕਰ ਲਿਆ ਹੈ, ਉਹ ਇਹਦੇ ਵਿੱਚ ਕੁਆਲੀਫਾਈ ਕਰਦੇ ਨੇ ਤੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਕੇ ਰੱਖ ਲੈਣ ਜਦੋਂ ਉਹਦਾ 1 ਸਾਲ ਦਾ ਐਕਸਪੀਰੀਅੰਸ ਹੋ ਗਿਆ। ਵੈਲਡਰ ਹੋ ਗਏ, ਜੇ ਤੁਹਾਡਾ ਇਹਨਾਂ ਚਾਰ, ਇੱਕ ਐਗਜ਼ਾਮਪਲ ਦਿੱਤੀ ਹੈ ਮੈਂ ਚਾਰਾਂ ਦੀ, ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜੌਬ ਟਾਈਟਲ ਇਦਾਂ ਦੇ ਆ ਜਿਹੜੇ ਕੁਆਲੀਫਾਈ ਕਰਦੇ ਨੇ, ਜਿਨ੍ਹਾਂ ਵਿੱਚ ਤੁਹਾਨੂੰ ਲਾਇਸੈਂਸ ਦੀ ਰਿਕੁਆਇਰਮੈਂਟ ਨਹੀਂ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਕੰਸਲਟੇਸ਼ਨ ਕਰ ਸਕਦੇ ਹੋ। ਮੈਂ ਤੁਹਾਨੂੰ ਇਨ ਡਿਟੇਲ ਰਿਸਰਚ ਕਰਕੇ ਦੱਸ ਸਕਦਾ ਵੀ ਤੁਹਾਡਾ ਜਿਹੜਾ ਜੌਬ ਪ੍ਰੋਫਾਈਲ ਹੈ ਉਹ ਕੁਆਲੀਫਾਈ ਕਰਦੀ ਹੈ ਜਾਂ ਨਹੀਂ ਹੈ। ਨੈਕਸਟ ਜਿਹੜੀ ਹੈਗੀ ਆਪਾਂ ਰਿਕੁਆਇਰਮੈਂਟ ਦੇ ਬਾਰੇ ਚੈੱਕ ਕਰੀਏ, ਉਹ ਹੈਗਾ ਵੈਲਿਡ ਸਰਟੀਫਿਕੇਟ ਔਰ ਲਾਇਸੈਂਸ। ਤੁਹਾਡੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ ਜੇ ਤੁਸੀਂ ਉਹੋ ਜਿਹੀ ਸਕਿੱਲ ਟ੍ਰੇਡ ਦੇ ਵਿੱਚ ਕੰਮ ਕਰਦੇ ਹੋ ਜਿਹੜੀ ਕੰਪਲਸਰੀ ਟ੍ਰੇਡ ਦੇ ਵਿੱਚ ਆਉਂਦੀ ਹੈ। ਓਨਟਾਰੀਓ ਦੇ ਵਿੱਚ ਇਸ ਟਾਈਮ ਦੇ ਵਿੱਚ 23 ਕੰਪਲਸਰੀ ਟ੍ਰੇਡਸ ਹੈ, ਜਿਨ੍ਹਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਇਲੈਕਟ੍ਰੀਸ਼ੀਅਨ ਹੋ ਗਏ, ਜਿਵੇਂ ਕਿ ਹੇਅਰ ਸਟਾਈਲਿਸਟ ਹੋ ਗਏ, ਪਲੰਬਰ ਹੋ ਗਏ, ਸਟ੍ਰੀਮ ਫਿਟਰਸ ਹੋ ਗਏ, ਸ਼ੀਟ ਮੈਟਲ ਵਰਕਰ ਹੋ ਗਏ, ਇਹ ਇਦਾਂ ਦੀਆਂ ਜਿਹੜੀਆਂ 23 ਇਹ ਟ੍ਰੇਡਸ ਹੈ ਕੰਪਲਸਰੀ ਟ੍ਰੇਡ ਹੈ। ਇਹਨਾਂ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ, ਇਹਨਾਂ ਵਿੱਚ ਤੁਹਾਡਾ ਲਾਇਸੈਂਸ ਹੋਣਾ ਜ਼ਰੂਰੀ ਹੈ। ਅਦਰ ਦੈਨ ਦੈਟ, ਜੇ ਤੁਹਾਡੀ ਜੌਬ ਕਿਤੇ ਹੋਰ ਸਕਿੱਲ ਲੈਵਲ 'ਚ ਆਉਂਦੀ ਹੈ, ਉਹ ਚੈੱਕ ਕਰਕੇ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਉਹ ਮਤਲਬ ਲਾਇਸੈਂਸ ਦੀ ਰਿਕੁਆਇਰਮੈਂਟ ਹੈ ਜਾਂ ਨਹੀਂ ਹੈ। ਇਸ ਤੋਂ ਇਲਾਵਾ ਜੇ ਆਪਾਂ ਤੀਜੀ ਰਿਕੁਆਇਰਮੈਂਟਸ ਦੀ ਗੱਲ ਕਰੀਏ, ਉਹ ਹੈ ਕਿ ਤੁਹਾਡਾ ਰੈਜ਼ੀਡੈਂਸ ਜਿਹੜਾ ਹੈ ਓਨਟਾਰੀਓ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਤੁਹਾਡਾ ਲੀਗਲ ਸਟੇਟਸ ਹੋਣਾ ਚਾਹੀਦਾ ਹੈ। ਤੁਸੀਂ ਓਨਟਾਰੀਓ ਦੇ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਲੀਗਲੀ ਤੁਸੀਂ ਓਬਟੇਨ ਕਰਕੇ IRCC ਦੇ ਵੱਲੋਂ ਉਹਦੇ ਵਿੱਚ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਹੈ। ਤੇ ਉਹ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਵੀ ਹੋ ਗਿਆ ਹੈ, ਤੁਸੀਂ ਉਸ ਦੇ ਵਿੱਚ ਵੀ ਫਾਈਲ ਲਗਾ ਸਕਦੇ ਹੋ। ਬਟ ਕੰਡੀਸ਼ਨ ਸਿਰਫ ਇਹ ਹੈ ਕਿ ਤੁਹਾਡੇ ਕੋਲੇ ਪ੍ਰੂਫ ਹੋਣਾ ਚਾਹੀਦਾ ਕਿ ਤੁਸੀਂ ਆਪਣਾ ਸਟੇਟਸ ਜਿਹੜਾ ਹੈ ਰੀਨਿਊ ਕਰਨ ਲਈ ਜਾਂ ਐਕਸਟੈਂਡ ਕਰਨ ਲਈ ਅਪਲਾਈ ਕੀਤਾ ਹੋਇਆ ਹੈ। ਤੇ 4th ਨੰਬਰ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਹੈ ਲੈਂਗੁਏਜ ਦੀ। ਬੜਾ ਹੀ ਲੋ ਆਇਲਟਸ ਦਾ ਸਕੋਰ ਚਾਹੀਦਾ ਹੈ, ਜਿਵੇਂ ਤੁਸੀਂ ਵੇਖ ਸਕਦੇ ਹੋ ਰੀਡਿੰਗ ਦੇ ਵਿੱਚ 4, ਰਾਈਟਿੰਗ 'ਚ 5, ਲਿਸਨਿੰਗ ਤੇ ਸਪੀਕਿੰਗ ਦੇ ਵਿੱਚ 5 ਸਕੋਰ ਚਾਹੀਦਾ ਹੈ। ਨੈਕਸਟ ਰਿਕੁਆਇਰਮੈਂਟ ਹੈਗੀ ਹੈ ਸੈਟਲਮੈਂਟ ਫੰਡਸ ਦੀ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੈਟਲਮੈਂਟ ਫੰਡ ਦੀ ਰਿਕੁਆਇਰਮੈਂਟ ਐਕਸਪ੍ਰੈਸ ਐਂਟਰੀ ਦੇ ਵਿੱਚ ਐਗਜ਼ਿਸਟ ਕਰਦੀ ਹੈ। ਤੇ ਤੁਸੀਂ ਜੇ ਤੁਸੀਂ ਇਹਦੇ ਵਿੱਚ ਆਪਣਾ ਫਾਈਲ ਲਗਾਉਣਾ ਚਾਹੁੰਦੇ ਹੋ ਤੇ ਤੁਹਾਡੇ ਕੋਲੇ ਸੈਟਲਮੈਂਟਸ ਦੇ ਫੰਡਸ ਦੀ ਤੁਹਾਨੂੰ ਰਿਕੁਆਇਰਮੈਂਟ ਮੀਟ ਕਰਨੀ ਪੈਣੀ ਹੈ। ਇਹ ਤੁਸੀਂ 3 ਤਰੀਕੇ ਨਾਲ ਮੀਟ ਕਰ ਸਕਦੇ ਹੋ। ਜਾਂ ਤੁਹਾਡੇ ਬੈਂਕ 'ਚ ਪੈਸੇ ਉਨੇ ਹੈਗੇ ਆ, ਜਾਂ ਤੁਹਾਡੇ ਕੋਲੇ ਜੌਬ ਔਨਗੋਇੰਗ ਏਮਪਲੋਇਮੈਂਟ ਓਨਟਾਰੀਓ 'ਚ ਹੈ, ਜਾਂ ਜੌਬ ਆਫਰ ਹੈਗੀ। ਇਹਨਾਂ ਤਿੰਨਾਂ ਵੇ ਦੇ ਵਿੱਚ ਕਿਸੇ ਤੋਂ ਵੀ ਤੁਸੀਂ ਆਪਣੀ ਰਿਕੁਆਇਰਮੈਂਟ ਮੀਟ ਕਰ ਸਕਦੇ ਹੋ। ਬਟ ਆਪਾਂ ਵੇਖ ਲੈਂਦੇ ਹਾਂ ਕਿ ਕਿੰਨੀ ਕੁ ਰਿਕੁਆਇਰਮੈਂਟ ਚਾਹੀਦੀ ਹੈ ਸੈਟਲਮੈਂਟ ਫੰਡਸ ਦੀ। ਜੇ ਤੁਸੀਂ ਇੱਕ ਫੈਮਿਲੀ ਮੈਂਬਰ ਹੋ ਤਾਂ ਤੁਹਾਨੂੰ $13,310 ਚਾਹੀਦੇ ਹੈ। ਜੇ 2 ਤਾਂ $16,570, ਜੇ 3 ਹੋ ਤਾਂ $20,371 ਤੁਹਾਨੂੰ ਪ੍ਰੂਵ ਕਰਨੇ ਪੈਣੇ ਕਿ ਤੁਹਾਡੇ ਅਕਾਊਂਟ 'ਚ ਪੈਸੇ ਇੰਨੇ ਹੈਗੇ ਆ, ਜਾਂ ਤੁਹਾਡੇ ਕੋਲੇ ਜਿਹੜੀ ਜੌਬ ਹੈ ਉਹਦੇ ਨਾਲ ਤੁਸੀਂ ਰਿਕੁਆਇਰਮੈਂਟ ਮੀਟ ਕਰ ਸਕਦੇ ਹੋ। ਅਗਲੀ ਜਿਹੜੀ ਮੇਨ ਰਿਕੁਆਇਰਮੈਂਟਸ ਹੈਗੀ ਉਹ ਤੁਹਾਡੀ ਇੰਟੈਂਸ਼ਨ ਓਨਟਾਰੀਓ ਦੇ ਵਿੱਚ ਰਹਿਣ ਦੀ। ਇਹ ਤੁਸੀਂ ਪ੍ਰੂਫ ਕਰਨੀ ਹੁੰਦੀ ਹੈ ਕਿ ਤੁਸੀਂ ਓਨਟਾਰੀਓ ਦੇ ਵਿੱਚ ਰਹਿਣਾ ਚਾਹੁੰਦੇ ਹੋ। ਤੁਸੀਂ ਕੋਈ ਵਿਜ਼ਿਟ ਕੀਤੀ ਹੈ, ਜਾਂ ਤੁਸੀਂ ਸਟੱਡੀ ਕੀਤੀ ਹੈ, ਕੰਮ ਕੀਤਾ ਹੈ, ਜਾਂ ਤੁਹਾਡਾ ਕੋਈ ਨੈਟਵਰਕ ਹੈ, ਤੁਸੀਂ ਲੀਜ਼ ਕਰਦੇ ਹੋ ਕੋਈ ਪ੍ਰਾਪਰਟੀ, ਜਾਂ ਤੁਹਾਡੀ ਵਹੀਕਲ ਹੈ ਕੋਈ ਐਦਾਂ ਦੇ ਕੋਈ ਜਿੰਨੇ ਵੀ ਸਪੋਰਟਿੰਗ ਡਾਕੂਮੈਂਟਸ ਹੈ ਉਹ ਤੁਹਾਨੂੰ ਅਟੈਚ ਕਰਕੇ ਇਹਨਾਂ ਨੂੰ ਇਸ ਫਾਈਲ ਦੇ ਵਿੱਚ ਲਗਾਉਣੇ ਪੈਂਦੇ ਆ ਤੇ ਆਪਣੀ ਇੰਟੈਂਸ਼ਨ ਪ੍ਰੂਵ ਕਰਨ ਲਈ ਕਿ ਤੁਸੀਂ ਓਨਟਾਰੀਓ ਦੇ ਵਿੱਚ ਹੀ ਰਹਿਣਾ ਹੈ। ਤੇ ਜੇ ਆਪਾਂ ਗੱਲ ਕਰੀਏ ਹੁਣ ਤੱਕ ਦੇ ਡਰਾਅ ਦੀ, ਹੁਣ ਤੱਕ ਇਹਨਾਂ ਨੇ 2022 ਦੇ ਵਿੱਚ ਕਿੰਨੇ ਕੁ ਡਰਾਅ ਜਿਹੜੇ ਹੈ ਇਸ਼ੂ ਕੀਤੇ ਨੇ ਸਕਿੱਲ ਟ੍ਰੇਡ ਦੇ ਵਿੱਚ। ਜਨਵਰੀ 27 2022 ਨੂੰ ਇਸ ਸਾਲ ਦਾ ਪਹਿਲਾ ਡਰਾਅ ਆਇਆ ਸੀ, ਤੇ ਹੁਣ ਜੁਲਾਈ 14 ਨੂੰ ਜਿਹੜਾ ਹੈ ਮੋਸਟ ਰੀਸੈਂਟ ਡਰਾਅ ਆਇਆ ਸੀ। ਜਿਵੇਂ ਤੁਸੀਂ ਦੇਖ ਸਕਦੇ ਹੋ 755 ਜਿਹੜੇ ਹੈਗੇ ਇਨਵੀਟੇਸ਼ਨ ਇਸ਼ੂ ਕੀਤੇ ਸੀਗੇ। ਉਹਨਾਂ ਦਾ ਉਹ CRS ਸਕੋਰ ਵਾਲਿਆਂ ਨੂੰ ਜਿੰਦਾ CRS ਸਕੋਰ 310 ਤੇ ਉਹ ਤੋਂ ਅਬਵ ਸੀਗਾ। ਹੁਣ 310 ਸਕੋਰ ਕਰਨ ਲਈ ਤੁਹਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਵੇ, ਇੰਡੀਆ ਦੇ ਵਿੱਚ ਤੁਸੀਂ +2 ਕੀਤੀ ਹੋਵੇ, ਇੱਥੇ ਲੋ ਆਇਲ ਸਕੋਰ ਵੀ ਹੋਵੇ, ਤਾਂ ਤੁਸੀਂ ਇੰਨਾ ਸਕੋਰ ਈਜ਼ੀਲੀ ਲੈ ਸਕਦੇ ਹੋ। ਤੇ ਜੇ ਆਪਾਂ ਦੂਜੇ ਡਰਾਅ ਦੀ ਗੱਲ ਕਰੀਏ, ਮਈ 26 2022 ਨੂੰ ਜਿਹੜਾ ਆਇਆ ਸੀ ਉਹਦੇ ਵਿੱਚ ਵੀ 535 ਇਨਵੀਟੇਸ਼ਨ ਇਸ਼ੂ ਹੋਏ ਸੀ। 295 ਤੇ 461 ਦੇ ਵਿੱਚ ਜਿਹਦਾ CRS ਸਕੋਰ ਸੀ ਉਹ ਇਹਦੇ ਵਿੱਚ ਕੁਆਲੀਫਾਈ ਕਰਦੇ ਸੀ। ਇਹ ਵੀ ਸਕੋਰ ਕਰਨਾ ਬਹੁਤ ਸੌਖਾ ਹੈ। ਇਹਦੇ ਵਿੱਚ ਜਿਹਨੇ ਵੀ +2 ਕੀਤੀ ਹੈ, ਹਾਈ ਸਕੂਲ ਹੈ ਸਿਰਫ ਇੰਡੀਆ ਤੋਂ, ਉਹ ਕੁਆਲੀਫਾਈ ਕਰ ਜਾਂਦੇ ਆ ਬੜੇ ਈਜ਼ੀਲੀ। ਤੇ ਸਿਮਿਲਰਲੀ ਜੇ ਆਪਾਂ ਅਪ੍ਰੈਲ 26 ਦੇ ਡਰਾਅ ਦੀ ਗੱਲ ਕਰੀਏ, ਉਹ 'ਚ ਵੀ 300 ਤੇ 461 ਦਾ CRS ਸਕੋਰ ਹੀ ਸੀਗਾ। ਤੇ ਸਿਮਿਲਰਲੀ ਜਨਵਰੀ 27 2022 ਵਾਲੇ 'ਚ ਵੀ 381 ਤੇ 461 ਵਾਲਾ CRS ਸਕੋਰ ਪਿਕ ਕੀਤੇ ਸੀਗੇ, ਤੇ ਹੁਣ ਤੱਕ ਇੰਨੇ ਇਨਵੀਟੇਸ਼ਨ ਇਸ਼ੂ ਹੋ ਚੁੱਕੇ ਆ।
ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ 2021 ਦੇ ਵਿੱਚ ਉਸ ਟਾਈਮ ਜਿਹੜੇ ਨੰਬਰ ਆਫ ਡਰਾ ਆਏ ਸੀਗੇ ਕਿ ਜੂਨ ਤੇ ਜਨਵਰੀ ਚ ਆਇਆ ਸੀਗਾ। ਹਾਲਾਂਕਿ ਇਸ ਸਾਲ ਜਿਹੜੇ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਡਰਾ ਆਏ ਨੇ, ਇਹਦੇ ਕਾਫੀ ਜ਼ਿਆਦਾ ਇਹਨਾਂ ਨੇ ਓਨਟਾਰੀਓ ਨੇ ਇਨਵੀਟੇਸ਼ਨ ਇਸ਼ੂ ਕੀਤੇ ਨੇ ਤੇ ਪ੍ਰੈਡਿਕਟ ਕੀਤਾ ਜਾ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ 2023 ਦੇ ਵਿੱਚ ਵੀ ਇਹ ਐਦਾਂ ਹੀ ਇਨਵੀਟੇਸ਼ਨ ਇਸ਼ੂ ਕਰਨਗੇ, ਕਿਉਂਕਿ ਇਸ ਟਾਈਮ ਓਨਟਾਰੀਓ ਨੂੰ ਬਹੁਤ ਸਾਰੀਆਂ ਸਕਿੱਲ ਜਿਹੜੀਆਂ ਇਨ ਡਿਮਾਂਡ ਹੈ ਤੇ ਉਹਨਾਂ ਵਿੱਚ ਲੇਬਰ ਸ਼ਾਰਟੇਜ ਹੈ, ਤੇ ਇਸ ਕਰਕੇ ਇਹਨਾਂ ਦੇ ਵਿੱਚ ਡਰਾਉਣ ਦੇ ਕਾਫੀ ਜ਼ਿਆਦਾ ਅਸਰ ਲਗਾਏ ਜਾ ਸਕਦੇ ਆ। ਜੇ ਆਪਾਂ 2021 ਚ ਗੱਲ ਕਰੀਏ, ਜਿਵੇਂ ਕਿ ਤੇ 2 ਹੀ ਡਰਾ ਆਏ ਸੀ ਤੇ ਉਹਦੇ ਵਿੱਚ ਨੋਟਿਸ ਐਨਓਆਈਜ਼ ਜਿਹੜੇ ਇਸ਼ੂ ਕੀਤੇ ਸੀ 986 338 ਕੀਤੇ ਸੀ ਤੇ ਸੀਆਰਐਸ ਸਕੋਰ ਸੇਮ ਹੀ ਰਿਹਾ ਸੀ 300 ਤੇ 380 ਦੇ ਵਿੱਚ ਹੀ ਸੀਗਾ। ਤੇ ਇਸ ਵਾਰੀ ਜਿਹੜਾ ਹੈ 434 ਤੇ 460 ਦੇ ਆਸ-ਪਾਸ ਗਿਆ ਸੀ ਫਸਟ ਡਰਾ 2021 ਜਦੋਂ ਗਿਆ ਸੀਗਾ। ਬਟ ਜੇ ਆਪਾਂ ਇਹਦੀ ਗੱਲ ਕਰੀਏ ਚ ਕਾਫੀ ਜ਼ਿਆਦਾ ਇਨਵੀਟੇਸ਼ਨ ਗਏ ਸੀਗੇ। ਜੇ ਗੱਲ ਕਰੀਏ 2020 ਦੀ, 2020 ਚ 3 ਇਨਵੀਟੇਸ਼ਨ ਇਹਨਾਂ ਨੇ 3 ਵਾਰੀ ਇਸ਼ੂ ਕੀਤੇ ਸੀ ਐਨਓਆਈਜ਼ ਤੇ ਉਸ ਦੌਰਾਨ ਥੋੜਾ ਕੱਟ ਆਫ ਉੱਪਰ ਗਈ ਸੀ। ਇਸ ਵਾਰ ਮੈਂਸ਼ਨ ਨਹੀਂ ਸੀ ਕੀਤਾ ਹੋਇਆ ਅਪ੍ਰੈਲ 9 ਦੇ ਵਿੱਚ ਵੀ ਕਿੰਨਾ ਸੀਆਰਐਸ ਸਕੋਰ ਹੈ। ਬਟ ਫਿਰ ਵੀ ਜੇ ਆਪਾਂ ਓਵਰਆਲ ਗੱਲ ਕਰੀਏ ਇਹਨੂੰ 2020 ਨੂੰ ਇੱਕ ਸਾਈਡ ਰੱਖਦੇ ਹੋਏ ਜੇ 2019 ਦੀ ਵੀ ਗੱਲ ਕਰੀਏ ਤਾਂ ਉਦੋਂ ਵੀ ਕਾਫੀ ਜ਼ਿਆਦਾ ਇਹਨਾਂ ਨੇ ਨੋਟੀਫਿਕੇਸ਼ਨ ਆਫ ਇੰਟਰਸਟ ਇਸ਼ੂ ਕੀਤੇ ਸੀ। ਉਸ ਟਾਈਮ ਥੋੜਾ ਇਨ ਡਿਟੇਲ ਨਹੀਂ ਸੀ ਇਹਨਾਂ ਦੱਸ ਰਹੇ ਵੈਬਸਾਈਟ ਦੇ ਵਿੱਚ ਕਿੰਨਾ ਕੁ ਸੀਆਰਐਸ ਸਕੋਰ ਹੈ। ਤੇ 2019 ਤੇ 2018 ਦੀ ਆਪਾਂ ਗੱਲ ਕਰੀਏ ਤੇ ਉਸ ਦੌਰਾਨ ਵੀ ਇਹਨਾਂ ਨੇ ਕਾਫੀ ਜ਼ਿਆਦਾ ਇਨਵੀਟੇਸ਼ਨ ਇਸ਼ੂ ਕੀਤੇ ਸੀਗੇ, ਮਈ ਤੋਂ ਲੈ ਕੇ ਨਵੰਬਰ ਤੱਕ ਤੇ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਇਨਵੀਟੇਸ਼ਨ ਆਏ ਸੀਗੇ। ਤੇ ਐਂਡ ਦੇ ਵਿੱਚ ਆਪਾਂ ਜੇ ਗੱਲ ਕਰੀਏ ਓਨਟਾਰੀਓ ਦੀ ਰੈਗੂਲੇਸ਼ਨ ਕੀ ਕਹਿੰਦੀ ਹੈ ਕਿ ਜੇ ਤੁਹਾਡੀ ਐਪਲੀਕੇਸ਼ਨ ਇਨਕੰਪਲੀਟ ਹੈ ਤੁਹਾਨੂੰ ਇਹ ਫਾਈਲ ਬੜੀ ਹੀ ਧਿਆਨ ਨਾਲ ਲਗਾਉਣੀ ਪੈਂਦੀ ਹੈ। ਇਹਦੇ ਵਿੱਚ ਇੱਕ ਸਿੰਗਲ ਮਿਸਟੇਕ ਜਿਹੜੀ ਹੈ ਤੁਹਾਡੀ ਫਾਈਲ ਵਾਪਸ ਭੇਜ ਦਿੰਦੇ ਆ ਤੇ ਤੁਹਾਡੇ ਪੈਸੇ ਰਿਫੰਡ ਹੋ ਜਾਂਦੇ ਆ। ਉਹ ਕਹਿੰਦੀ ਹੈ ਓਨਟਾਰੀਓ ਦੀ ਰੈਗੂਲੇਸ਼ਨ 421 ਤੇ 17। ਤੇ ਜਦੋਂ ਵੀ ਤੁਸੀਂ ਫਾਈਲ ਇਹ ਤਿਆਰ ਕਰਨੀ ਹੈ ਜਾਂ ਓਨਟਾਰੀਓ ਨੂੰ ਸੈਂਡ ਕਰਨੀ ਹੈ ਤਾਂ ਬੜੀ ਹੀ ਇਹਨੂੰ ਧਿਆਨ ਨਾਲ ਲਗਾਉਣਾ ਪੈਂਦਾ ਹੈ, ਕਿਉਂਕਿ ਇੱਕ ਸਿੰਗਲ ਮਿਸਟੇਕ ਨਾਲ ਤੁਹਾਡੀ ਫਾਈਲ ਵਾਪਸ ਆ ਜਾਂਦੀ ਹੈ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਇਹਨੂੰ ਫਾਈਲ ਨੂੰ ਸਬਮਿਟ ਕਰਨ ਦੇ ਲਈ, ਤੁਸੀਂ ਮੇਰੇ ਨਾਲ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ ਇਸ ਨੰਬਰ ਤੇ ਮੈਨੂੰ ਈਮੇਲ ਕਰਕੇ। ਤੇ ਆਈ ਹੋਪ ਮੇਰੀ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਏਗੀ। ਜੇ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ, ਤੇ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੇਰੇ ਨਾਲ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ। ਥੈਂਕ ਯੂ।